ਅੰਮ੍ਰਿਤਸਰ ਈਸਟ ਤੋਂ ਇਹ ਸਭ ਤੋਂ ਵੱਡੀ ਚੋਣ ਜੰਗ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਕਰਨਗੇ ਵਿਕਰਮ ਮਜੀਠੀਆ। ਸੁਖਬੀਰ ਬਾਦਲ ਨੇ ਕੀਤਾ ਐਲਾਨ, ਕਿਹਾ ਸਿੱਧੂ ਦਾ ਤੋੜਾਂਗੇ ਹੰਕਾਰ। ਕਾਂਗਰਸ ਨੇ ਅਕਾਲੀ ਦਲ ਦਾ ਚੈਲੰਜ ਕੀਤਾ ਕਬੂਲ, ਕਿਹਾ ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਨੂੰ ਹਰਾ ਕੇ ਭੇਜਣ ਦਾ ਕੀਤਾ ਦਾਵਾ। ਰਾਘਵ ਚੱਡਾ ਨੇ ਵੀ ਕੀਤਾ ਤੰਜ, ਕਿਹਾ ਮਜੀਠੀਆ ਨੂੰ ਸਿੱਧੂ ਖਿਲਾਫ ਉਤਾਰ ਕੇ ਚੰਨੀ ਨੇ ਖੇਡਿਆ ਮਾਸਟਰ ਸਟ੍ਰੋਕ। ਵਿਕਰਮ ਮਜੀਠੀਆ ਦਾ ਸੀਐਮ ਚੰਨੀ ਰੰਧਾਵਾ ਤੇ ਚਟੋਪਾਧਿਆਏ ਦੇ ਉੱਤੇ ਗੰਭੀਰ ਇਲਜ਼ਾਮ, ਕਿਹਾ ਇੱਕ ਭਗੌੜੇ ਦੇ ਨਾਲ ਮਿਲ ਕੇ ਮੇਰੇ ਖਿਲਾਫ ਰਚੀ ਗਈ ਸਾਜ਼ਿਸ਼। ਰੰਧਾਵਾ ਬੋਲੇ ਚੋਰ ਕਦੇ ਚੋਰੀ ਨਹੀਂ ਮੰਨਦਾ। ਸੀਐਮ ਚੰਨੀ ਦਾ ਜਵਾਬ, ਮਜੀਠੀਆ ਦੇ ਉੱਡ ਗਏ ਨੇ ਤੋਤੇ। ਇਸ ਵਾਰ ਫਿਰ ਚੋਣਾਂ ਲੜਨਗੇ 94 ਸਾਲ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ। ਜੱਦੀ ਹਲਕੇ ਲੰਬੀ ਤੋਂ ਭਰਨਗੇ ਚੋਣ ਹੰਕਾਰ। ਟਿਕਟ ਕੱਟੇ ਜਾਣ ਤੇ ਕਾਂਗਰਸ ਦੇ ਵਿੱਚ ਉੱਠੀ ਬਗਾਵਤ। ਅਮਰੀਕ ਢਿੱਲੋਂ, ਸਤਵਿੰਦਰ ਬਿੱਟੀ ਤੇ ਦਾਮਨਚੰਦ ਬਾਜਵਾ ਨੇ ਦਿਖਾਏ ਤੇਵਰ। ਪਾਰਟੀ ਨੂੰ ਮੁੜ ਫੈਸਲਾ ਵਿਚਾਰਨ ਦੀ ਅਪੀਲ, ਕਿਹਾ ਨਹੀਂ ਤਾਂ ਆਜ਼ਾਦ ਲੜਾਂਗੇ ਚੋਣ। ਕਾਂਗਰਸ ਦੀ ਟਿਕਟ ਵੰਡ ਤੋਂ ਨਾਰਾਜ਼ ਹੋਈ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ, ਕਿਹਾ ਟਿਕਟ ਵੰਡ ਦੇ ਵਿੱਚ ਮਹਿਲਾਵਾਂ ਨੂੰ ਕੀਤਾ ਗਿਆ ਨਜ਼ਰਅੰਦਾਜ਼। ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਖਮਿਆਜ਼ਾ। ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਾਧੇ ਨਿਸ਼ਾਨੇ। ਰਾਘਵ ਚੱਡਾ ਬੋਲੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਆਇਆ ਸਾਹਮਣੇ। ਚੰਨੀ ਨੂੰ ਛੱਡ ਕੇ ਬਾਕੀਆਂ ਦੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਗਈਆਂ ਟਿਕਟਾਂ। ਅੰਮ੍ਰਿਤਸਰ ਪੂਰਬੀ ਤੋਂ ਵਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨਗੇ। ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ ਤੇ ਕਿਹਾ ਕਿ ਸਿੱਧੂ ਦੇ ਹੰਕਾਰ ਨੂੰ ਅਸੀਂ ਤੋੜਾਂਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਆਖਰੀ ਚੋਣ ਹੋਵੇਗੀ ਤੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋਵੇਗੀ। 94 ਸਾਲਾਂ ਦੇ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਚੋਣ ਮੈਦਾਨ ਦੇ ਵਿੱਚ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਲੰਬੀ ਹਲਕੇ ਤੋਂ ਚੋਣ ਲੜਨਗੇ। ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮਜੀਠੀਆ ਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਚੋਣਾਂ ਲੜਨ ਤੋਂ ਪਹਿਲਾਂ ਉਹ ਜ਼ਮਾਨਤ ਤਾਂ ਲੈ ਲੈਣ। ਉਹਨਾਂ ਕਿਹਾ ਕਿ ਮਜੀਠੀਆ ਦਾ ਸਿੱਧੂ ਨੂੰ ਕੋਈ ਚੈਲੰਜ ਨਹੀਂ, ਕਿਉਂਕਿ ਲੋਕਾਂ ਨੇ ਕੰਮ ਨੂੰ ਵੋਟ ਪਾਉਣੀ ਹੈ। ਮਜੀਠੀਆ ਦਾ ਉਮੀਦਵਾਰੀ ਨੂੰ ਲੈ ਕੇ ਕਾਂਗਰਸ ਦੇ ਆਗੂ ਰਾਜਕੁਮਾਰ ਵੇਰਕਾ ਨੇ ਮਜੀਠੀਆ ਬਾਰੇ ਕਿਹਾ ਕਿ ਉਹਨਾਂ ਨੇ ਹਾਰਨਾ ਹੀ ਹੈ, ਭਾਵੇਂ ਉਹ ਕਿਤੋਂ ਵੀ ਚੋਣ ਲੜ ਲੈਣ। ਉਹਨਾਂ ਮਜੀਠੀਆ ਨੂੰ ਭਗੌੜਾ ਕਰਾਰ ਦਿੱਤਾ ਤੇ ਕਿਹਾ ਕਿ ਸਿੱਧੂ ਦਾ ਕੋਈ ਸਾਨੀ ਨਹੀਂ ਹੈ। ਹਾਈ ਕੋਰਟ ਤੋਂ ਰਾਹਤ ਮਿਲਣ ਮਗਰੋਂ ਵਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਘੇਰਿਆ। ਮਜੀਠੀਆ ਨੇ ਕਿਹਾ ਕਿ ਕਾਨੂੰਨ ਦੇ ਉਲਟ ਜਾ ਕੇ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੇਰੇ ਲਈ ਕਾਨੂੰਨ ਵੱਖਰਾ ਕਿਉਂ ਹੈ, ਜਦਕਿ ਖਹਿਰਾ, ਮੂਸੇਵਾਲਾ ਤੇ ਬੈਂਸ ਤੇ ਗੰਭੀਰ ਇਲਜ਼ਾਮ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ ਨੇ ਆਪਣੀ ਦੂਜੀ ਸੂਚੀ ਜਾਰੀ ਕਰਦਿਆਂ 23 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭੋਆ ਤੋਂ ਜੋਗਿੰਦਰਪਾਲ ਸਿੰਘ ਭੋਆ ਤੇ ਬਟਾਲਾ ਤੋਂ ਅਸ਼ਵਨੀ ਸੇਖੜੀ ਨੂੰ ਟਿਕਟ ਦਿੱਤੀ ਗਈ ਹੈ। ਇਸ ਸੂਚੀ ਦੇ ਵਿੱਚ ਕਈ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ, ਜਦਕਿ 4 ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਨੇ 4 ਮੌਜੂਦਾ ਵਿਧਾਇਕਾਂ ਤੇ ਭਰੋਸਾ ਵੀ ਜਤਾਇਆ। ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਨੇ ਕਿਹਾ ਕਿ ਟਿਕਟਾਂ ਦੇਣ ਦੇ ਵਿੱਚ ਕਾਂਗਰਸ ਨੇ ਆਪਣੇ ਚਹੇਤਿਆਂ ਨੂੰ ਪਹਿਲ ਦਿੱਤੀ ਹੈ, ਜਿਸ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ। ਕਾਂਗਰਸ ਨੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਗੈਰੀ ਦੀ ਟਿਕਟ ਕੱਢ ਦਿੱਤੀ, ਜਿਸ ਤੋਂ ਉਹਨਾਂ ਨੇ ਕਿਹਾ ਕਿ ਇਹ ਹਾਈ ਕਮਾਂਡ ਦਾ ਫੈਸਲਾ ਹੈ ਤੇ ਉਹ ਪਾਰਟੀ ਨਹੀਂ ਛੱਡਣਗੇ, ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ। ਸੁਨਾਮ ਤੋਂ ਟਿਕਟ ਕੱਟੇ ਜਾਣ ਤੇ ਦਾਮਨਚੰਦ ਬਾਜਵਾ ਨਾਰਾਜ਼ ਨਜ਼ਰ ਆਏ। ਉਹਨਾਂ ਕਿਹਾ ਕਿ ਪਾਰਟੀ ਮੇਰੇ ਤੋਂ ਮੇਰਾ ਸੁਨਾਮ ਨਹੀਂ ਖੋ ਸਕਦੀ, ਲੋਕ ਮੇਰੇ ਨਾਲ ਨੇ, ਮੈਨੂੰ ਕਿਸੇ ਦੀ ਕੋਈ ਫਿਕਰ ਨਹੀਂ। ਮੁਕਤਸਰ ਸਾਹਿਬ ਦੇ ਵਿੱਚ ਕਾਂਗਰਸ ਨੇ ਕਰਨ ਕੌਰ ਬਰਾੜ ਨੂੰ ਟਿਕਟ ਦਿੱਤੀ ਹੈ, ਜਿਸ ਤੇ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਜਤਾਈ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ। ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਸਮਰਥਕਾਂ ਨੇ ਇਕੱਠ ਕੀਤਾ ਤੇ ਕਿਹਾ ਕਿ ਜੇ ਹਾਈ ਕਮਾਨ ਨੇ ਉਹਨਾਂ ਨੂੰ ਟਿਕਟ ਨਾ ਦਿੱਤੀ ਤਾਂ ਕਾਂਗਰਸ ਦੇ ਵੱਲੋਂ ਭੇਜੇ ਕਿਸੇ ਹੋਰ ਉਮੀਦਵਾਰ ਦਾ ਵਿਰੋਧ ਕੀਤਾ ਜਾਵੇਗਾ। ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੇ ਮੌੜ ਮੰਡੀ ਦੇ ਵਿੱਚ ਪਾਰਟੀ ਦੀ ਉਮੀਦਵਾਰ ਡਾਕਟਰ ਮੰਜੂ ਬਾਲਾ ਬਾਂਸਲ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਲੋਕਾਂ ਨੂੰ ਸੰਬੋਧਨ ਕੀਤਾ ਤੇ ਮੰਜੂ ਬਾਂਸਲ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ।
ਖੰਨਾ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਆਪਣਾ ਚੋਣ ਦਫ਼ਤਰ ਖੋਲ੍ਹਿਆ। ਇਸ ਮੌਕੇ ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਉਹ ਇਕੱਲੇ ਨਹੀਂ ਬਲਕਿ ਪੂਰੀ ਟੀਮ ਮਿਲ ਕੇ ਲੜ ਰਹੀ ਹੈ। ਜਗਦੀਸ਼ ਜੱਗਾ ਪੰਜਾਬ ਲੋਕ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਬੀਜੇਪੀ ਆਗੂਆਂ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਤੇ ਉਹ ਬੀਜੇਪੀ ਵੱਲੋਂ ਰਾਜਪੁਰਾ ਤੋਂ ਉਮੀਦਵਾਰ ਹੋ ਸਕਦੇ ਨੇ। ਪੰਜਾਬ ਦੇ ਵਿੱਚ ਕਰੋਨਾ ਦੇ 5136 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 22 ਲੋਕਾਂ ਦੀ ਕਰੋਨਾ ਦੀ ਵਜ੍ਹਾ ਨਾਲ ਮੌਤ ਹੋ ਗਈ। ਮੋਹਾਲੀ ਦੇ ਵਿੱਚ ਸਭ ਤੋਂ ਵੱਧ 765 ਕੇਸ ਰਿਪੋਰਟ ਹੋਏ ਤੇ ਸੂਬੇ 'ਚ ਪੋਜ਼ਿਟਿਵਿਟੀ ਦਰ ਕਰੀਬ 13% ਰਹੀ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਦੇ ਵਿਰੋਧ ਦੇ ਵਿੱਚ ਬਰਨਾਲਾ 'ਚ ਹਿੰਦੂ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੁਲਜ਼ਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਹਰਿਆਣਾ ਦੇ ਨੂੰਹ ਦੇ ਵਿੱਚ ਇੱਕ ਟਰੈਕਟਰ ਤੇ ਬਾਈਕ ਦੇ ਵਿਚਾਲੇ ਟੱਕਰ ਹੋ ਗਈ। ਹਾਦਸੇ ਦੇ ਵਿੱਚ ਬਾਈਕ ਸਵਾਰ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਦੋ ਹੋਰ ਸ਼ਖਸ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ। ਬਠਿੰਡਾ ਦੇ ਵਿੱਚ 60 ਸਾਲਾ ਇਲੈਕਟ੍ਰੀਸ਼ੀਅਨ ਦਾ ਅਣਪਛਾਤੇ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉੱਥੇ ਮੌਜੂਦ ਜੋ ਪੈਸੇ ਸੀ ਗੱਲੇ ਦੇ ਵਿੱਚ ਉਹ ਵੀ ਗਾਇਬ ਸਨ। ਅੰਮ੍ਰਿਤਸਰ ਦੇ ਕਟੜਾ ਖਜ਼ਾਨਾ ਇਲਾਕੇ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਪਰਿਵਾਰਾਂ ਦੇ ਵਿਚਾਲੇ ਲੜਾਈ ਹੋ ਗਈ। ਦੋਵਾਂ ਨੇ ਇੱਕ ਦੂਜੇ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਹਰਿਆਣਾ ਦੇ ਵਿੱਚ ਬਜਰੰਗੀ ਭਾਈ ਜਾਨ ਦੇ ਨਾਮ ਤੋਂ ਮਸ਼ਹੂਰ ਐਸਆਈ ਇੱਕ ਬੱਚੀ ਨੂੰ ਅੰਬਾਲਾ 'ਚ ਉਸਦੇ ਪਰਿਵਾਰ ਦੇ ਨਾਲ ਮਿਲਵਾਉਣ ਪਹੁੰਚੇ। ਇਹ ਬੱਚੀ ਪਿਛਲੇ ਸਾਲ ਅਗਸਤ ਤੋਂ ਲਾਪਤਾ ਸੀ ਜਿਸ ਨੂੰ ਦੇਹਰਾਦੂਨ ਤੋਂ ਬਰਾਮਦ ਕੀਤਾ ਗਿਆ। ਐਸਆਈ ਹੁਣ ਤੱਕ 600 ਤੋਂ ਵੱਧ ਲਾਪਤਾ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਵਾ ਚੁੱਕਾ ਹੈ। ਗਣਤੰਤਰ ਦਿਵਸ ਮੌਕੇ ਰਾਜਪਥ ਤੇ ਸਸ਼ਕਤ ਭਾਰਤ ਦੀ ਝਾਕੀ ਨਜ਼ਰ ਆਈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਦੇਸ਼ ਦੀ ਤਾਕਤ ਦਾ ਪ੍ਰਦਰਸ਼ਨ ਹੋਇਆ। ਇਸ ਦੌਰਾਨ ਪੰਜਾਬ ਦੀ ਝਾਕੀ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ। 73ਵੇਂ ਗਣਤੰਤਰ ਦਿਹਾੜੇ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿਰੰਗਾ ਲਹਿਰਾਇਆ। ਇਸ ਦੌਰਾਨ ਰਾਸ਼ਟਰਗਾਨ ਹੋਇਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਕਰੋਨਾ ਹਦਾਇਤਾਂ ਦੀ ਵੀ ਪੂਰੀ ਪਾਲਣਾ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਣਤੰਤਰ ਦਿਹਾੜੇ ਮੌਕੇ ਜਲੰਧਰ ਦੇ ਵਿੱਚ ਤਿਰੰਗਾ ਲਹਿਰਾਇਆ। ਇਸ ਦੌਰਾਨ ਸੀਐਮ ਨੇ ਦੇਸ਼ ਵਾਸੀਆਂ ਨੂੰ ਗਣਰਾਜ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੰਬਾਲਾ ਦੇ ਵਿੱਚ ਹੋਏ ਸਮਾਗਮ ਦੇ ਵਿੱਚ ਤਿਰੰਗਾ ਫਹਿਰਾਇਆ। ਇਸ ਮੌਕੇ ਉਹਨਾਂ ਲੋਕਾਂ ਨੂੰ ਵਧਾਈ ਦਿੱਤੀ ਤੇ ਪਰੇਡ ਦੀ ਸਲਾਮੀ ਵੀ ਲਈ। ਅਟਾਰੀ ਬਾਰਡਰ ਤੇ ਵੀ ਗਣਤੰਤਰ ਦਿਵਸ ਮਨਾਇਆ ਗਿਆ। ਭਾਰਤੀ ਜਵਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨੀ ਰੇਂਜਰਾਂ ਦਾ ਮੂੰਹ ਮਿੱਠਾ ਕਰਵਾਇਆ। ਜੰਮੂ ਕਸ਼ਮੀਰ ਦੇ ਪੋਰਾ ਇਲਾਕੇ ਦੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਗਣਰਾਜ ਦਿਹਾੜੇ ਮੌਕੇ ਖੁਸ਼ੀਆਂ ਮਨਾਈਆਂ। ਇਸ ਮੌਕੇ ਜਵਾਨਾਂ ਨੇ ਨੱਚ ਟੱਪ ਕੇ ਜਸ਼ਨ ਮਨਾਏ। ਸ਼ਿਮਲਾ ਦੇ ਰਿਜ ਮੈਦਾਨ ਤੇ ਹੁੰਦੀ ਬਰਫ਼ਬਾਰੀ ਦੇ ਵਿਚਾਲੇ ਗਣਤੰਤਰ ਦਿਵਸ ਮਨਾਇਆ ਗਿਆ। ਰਾਜਪਾਲ ਰਾਜਿੰਦਰ ਵਿਸ਼ਵਨਾਥ ਨੇ ਤਿਰੰਗਾ ਫਹਿਰਾਇਆ ਤੇ ਮਾਰਚ ਦੀ ਸਲਾਮੀ ਲਈ। ਪੰਜਾਬੀ ਗਾਇਕ ਗੁਰਦਾਸ ਮਾਨ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ। ਇਸ ਮੌਕੇ ਉਹਨਾਂ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਆਈਸੀਸੀ ਨੇ ਇੱਕ ਰੋਜ਼ਾ ਰੈਂਕਿੰਗ ਜਾਰੀ ਕੀਤੀ ਹੈ, ਵਨਡੇ ਰੈਂਕਿੰਗ ਜਾਰੀ ਕੀਤੀ ਹੈ ਜਿਸ ਦੇ ਵਿੱਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਪਹਿਲੇ ਨੰਬਰ ਦੇ ਉੱਤੇ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ। ਹਿਮਾਚਲ ਦੇ ਧਰਮਸ਼ਾਲਾ ਦੇ ਵਿੱਚ ਬਰਫ਼ਬਾਰੀ ਹੋਈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਬਰਫ਼ਬਾਰੀ ਦੇ ਵਿੱਚ ਕਈ ਵਾਹਨ ਵੀ ਫਸ ਗਏ ਜਿਸ ਕਾਰਨ ਜਾਮ ਵੀ ਲੱਗ ਗਿਆ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਕਰਾਂਗੇ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਪੂਰਬੀ ਹਲਕਾ ਪੰਜਾਬ ਦੀ ਹੌਟ ਸੀਟ ਬਣਨ ਜਾ ਰਿਹਾ ਹੈ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵੱਲੋਂ ਚੋਣ ਲੜ ਰਹੇ ਨੇ ਪਰ ਅਕਾਲੀ ਦਲ ਨੇ ਇਸ ਸੀਟ ਤੋਂ ਬਿਕਰਮ ਮਜੀਠੀਆ ਨੂੰ ਉਤਾਰ ਕੇ ਚੋਣ ਜੰਗ ਨੂੰ ਦਿਲਚਸਪ ਬਣਾ ਦਿੱਤਾ ਹੈ। ਤਿਆਰ ਹੋ ਜਾ। ਨਵਜੋਤ ਸਿੱਧੂ ਦੇ ਖਿਲਾਫ ਮਾਝੇ ਦਾ ਸ਼ਹਿਰ ਬਿਕਰਮ ਸਿੰਘ ਮਜੀਠੀਆ ਲੜੂਗਾ।
ਕੁਝ ਇਸ ਅੰਦਾਜ਼ ਦੇ ਵਿੱਚ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ। ਸਿੱਧੂ ਦੇ ਖਿਲਾਫ ਅਕਾਲੀ ਦਲ ਨੇ ਆਪਣੇ ਮਾਝੇ ਦੇ ਸਭ ਤੋਂ ਵੱਡੇ ਚਿਹਰੇ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ, ਜਿਸ ਦੇ ਨਾਲ ਅੰਮ੍ਰਿਤਸਰ ਪੂਰਬੀ ਸੀਟ ਦੀ ਜੰਗ ਦਿਲਚਸਪ ਬਣ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਅੰਮ੍ਰਿਤਸਰ ਦੇ ਵਰਕਰਾਂ ਦੀ ਮੰਗ ਸੀ ਕਿ ਸਿੱਧੂ ਦਾ ਹੰਕਾਰ ਤੋੜਨ ਦੇ ਲਈ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਸੁਖਬੀਰ ਨੇ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਉਣ ਦਾ ਦਮ ਭਰਿਆ। ਸਾਰੇ ਵਰਕਰ ਸਾਰਿਆਂ ਨੇ ਅੱਜ ਮੈਨੂੰ ਬੇਨਤੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਹੰਕਾਰ ਤੋੜਨਾ ਹੀ ਤੋੜਨਾ ਹੈ। ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੀ ਜ਼ਮਾਨਤ ਜ਼ਬਤ ਕਰਾਊਗਾ। ਸੁਖਬੀਰ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਸਿੱਧੂ ਦਾ ਮੁਕਾਬਲਾ ਅਕਾਲੀ ਦਲ ਦੀ ਫੌਜ ਦੇ ਨਾਲ ਹੈ, ਜਿਸ ਦੀ ਅਗਵਾਈ ਮਾਝੇ ਦਾ ਜਰਨੈਲ ਬਿਕਰਮ ਮਜੀਠੀਆ ਕਰੇਗਾ ਅਤੇ ਸਿੱਧੂ ਦੀ ਆਖਰੀ ਚੋਣ ਹੋਵੇਗੀ। ਉਹਦੇ ਸਿਆਸੀ ਜੀਵਨ ਦਾ ਅੰਤ ਆ ਰਿਹਾ, ਹੁਣ ਅੰਤ ਆ ਗਿਆ। ਉਹਦਾ ਅਖੀਰਲਾ ਇਲੈਕਸ਼ਨ ਹੈ, ਨਵਜੋਤ ਸਿੰਘ ਸਿੱਧੂ ਦਾ ਅਖੀਰਲਾ ਇਲੈਕਸ਼ਨ, ਉਹਨੇ ਆਪ ਹੀ ਭੱਜ ਜਾਣਾ। ਉਧਰ ਕਾਂਗਰਸ ਨੇ ਵੀ ਅਕਾਲੀ ਦਲ ਦਾ ਇਹ ਚੈਲੰਜ ਕਬੂਲ ਕਰ ਲਿਆ ਹੈ। ਕਾਂਗਰਸ ਨੇ ਮਜੀਠੀਆ ਨੂੰ ਵੈਲਕਮ ਕੀਤਾ ਅਤੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਨੂੰ ਹਰਾ ਕੇ ਭੇਜਿਆ ਜਾਵੇਗਾ। ਬਈ ਕਿਤੇ ਨਾ ਕਿਤੇ ਹਾਰਨਾ ਹੀ ਹੈ ਨਾ ਉਹਨੇ। ਉਹ ਚਾਹੁੰਦਾ ਹੈ ਕਿ ਮੈਂ ਤਗੜੇ ਬੰਦੇ ਦੇ ਥੱਲੇ ਲੱਗ ਕੇ ਹਾਰ ਜਾਂ ਤੇ ਹਾਰ ਜੇ, ਉਹ 'ਚ ਕੀ ਦਿੱਕਤ ਹੈ। ਬਿਕਰਮ ਮਜੀਠੀਆ ਦੇ ਚੋਣ ਮੈਦਾਨ ਦੇ ਵਿੱਚ ਆਉਣ ਨਾਲ ਅੰਮ੍ਰਿਤਸਰ ਪੂਰਬੀ ਸੀਟ ਪੰਜਾਬ ਦੀ ਹੌਟ ਸੀਟ ਬਣ ਗਈ ਹੈ। ਸਭ ਦੀਆਂ ਨਜ਼ਰਾਂ ਇਸ ਸੀਟ ਉੱਤੇ ਟਿਕ ਗਈਆਂ ਨੇ, ਪਰ ਇਹ ਵੀ ਤੈਅ ਹੈ ਕਿ ਜੋ ਵੀ ਇਸ ਸੀਟ ਨੂੰ ਜਿੱਤ ਕੇ ਨਿਕਲੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਪਾਰਟੀ ਦੇ ਵਿੱਚ ਉਸ ਦਾ ਕੱਦ ਬਹੁਤ ਵੱਡਾ ਹੋ ਜਾਵੇਗਾ। ਸਿੱਧੂ ਜੇਕਰ ਜਿੱਤਦੇ ਨੇ ਤਾਂ ਸੀਐਮ ਦੀ ਕੁਰਸੀ ਤੇ ਉਹਨਾਂ ਦਾ ਦਾਅਵਾ ਮਜ਼ਬੂਤ ਹੋ ਜਾਵੇਗਾ। ਅੰਮ੍ਰਿਤਸਰ ਤੋਂ ਰਜੀਵ ਸ਼ਰਮਾ, ਨਿਊਜ਼ 18। ਉਹਦਾ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਮੁੜ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹੀ ਚੋਣ ਲੜਨਗੇ। ਉਧਰ ਇਸ ਐਲਾਨ ਤੋਂ ਬਾਅਦ ਵਿਰੋਧੀ ਧਿਰਾਂ ਵੀ ਹਰਕਤ ਦੇ ਵਿੱਚ ਨੇ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਦੇ ਮੁੜ ਤੋਂ ਚੋਣ ਲੜਨ ਦਾ ਐਲਾਨ ਹੋ ਗਿਆ। ਲੰਬੀ ਵਿੱਚ ਉਹਨਾਂ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤਾਂ ਦੂਜੇ ਪਾਸੇ ਬਾਦਲ ਜੋੜੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਮੈਦਾਨ 'ਚ ਉਤਰਨ ਤੇ ਪੱਕੀ ਮੋਹਰ ਲਾਈ ਹੈ। ਹਰਸਿਮਰਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਲੜਨਗੇ ਅਤੇ ਵੱਡੀ ਜਿੱਤ ਪ੍ਰਾਪਤ ਕਰਨਗੇ। ਮਾਲਿਕ ਕਿਰਪਾ ਕਰਨ ਸਮੂਹ ਅਕਾਲੀ ਦਲ ਦੇ ਹਰੇਕ ਉਮੀਦਵਾਰ ਨੂੰ ਵੱਡੀ ਗਿਣਤੀ ਦੇ ਨਾਲ ਲੋਕਾਂ ਦੇ ਚਰਨਾਂ 'ਚ ਬੇਨਤੀ ਹੈ, ਸਾਨੂੰ ਇੱਕ ਮਜ਼ਬੂਤ ਸਰਕਾਰ, ਇੱਕ ਸਥਾਈ ਸਰਕਾਰ ਚਾਹੀਦੀ ਹੈ। ਇਹ ਖਰੀਦ ਫਰੋਲ ਕਰਨ ਵਾਲੀ ਜਿਹੜੀ ਦਿੱਲੀ ਦੀ ਪਾਰਟੀਆਂ ਇਹਨਾਂ ਤੋਂ ਸੁਚੇਤ ਰਹਿਣਾ ਹੈਗਾ। ਤੇ ਅੱਜ ਮੈਨੂੰ ਮਾਣ ਹੈ ਕਿ ਬਾਦਲ ਸਾਹਿਬ ਨੇ ਆਪਣੀ ਉਮਰ ਦੇ 70 ਸਾਲ ਲੋਕ ਸੇਵਾ 'ਚ ਲਾਏ ਤੇ ਜਿਹੜੇ ਝੂਠ ਮਾਰਦੇ ਨੇ ਕਿ ਬਾਦਲ ਸਾਹਿਬ ਲੈਂਦੇ ਨੇ ਪੈਨਸ਼ਨ ਲੈਂਦੇ ਨੇ, ਮੈਨੂੰ ਲੱਗਦਾ ਹੈ ਅੱਜ ਸ਼ਾਇਦ ਉਹਨਾਂ ਦੀ ਇਹ ਸ਼ਾਇਦ 12ਵੀਂ ਕੀ 13ਵੀਂ ਚੋਣ ਹੋਏਗੀ ਤੇ ਪੈਨਸ਼ਨ ਤੋਂ ਲੈਂਦਾ ਜਿਹੜਾ ਰਿਟਾਇਰ ਹੋ ਗਿਆ। ਹੁਣ ਵੀ ਲੰਬੀ ਦੇ ਲੋਕਾਂ ਨੇ ਸਾਥ ਦੇ ਕੇ ਵੱਡੀ ਗਿਣਤੀ ਨਾਲ ਉਹਨਾਂ ਨੂੰ ਕਾਮਯਾਬ ਕਰਕੇ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੀ ਸਰਕਾਰ ਬਣੀ। ਦਿੱਲੀ ਸੀਟ ਲੰਬੀ ਜਿੱਥੇ ਪਾਰਟੀ ਦੇ ਸਰਪ੍ਰਸਤ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਅਗਵਾਈ ਕਰਨਗੇ ਸੀਟ ਦੀ ਤੇ ਇਲੈਕਸ਼ਨ ਲੜਨਗੇ। ਜਦਕਿ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਦੀ ਖਬਰ ਸੁਣਦਿਆਂ ਹੀ ਵਿਰੋਧੀ ਹਰਕਤ ਵਿੱਚ ਆ ਗਏ ਨੇ। ਲੰਬੀ ਤੋਂ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਨਾ ਨੇ ਬਾਦਲਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਜ਼ੋਰ ਲਾਇਆ ਤਾਂ ਆਪਾਂ 11,000 16,000 ਤੇ ਆ ਗਏ ਤੇ ਐਤਕੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਭਾਈ ਜਿਹੜੇ ਉਹ 16,000 ਉਹ ਸਾਫ਼ ਕਰਨੀ ਹੈ ਤੇ ਬਾਦਲਾਂ ਨੂੰ ਠੋਕਣਾ ਹੈ। ਇਸ ਤੋਂ ਪਹਿਲਾਂ ਕਿਆਸ ਲਾਏ ਜਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਲੰਬੀ ਅਤੇ ਜਲਾਲਾਬਾਦ ਦੋ ਥਾਵਾਂ ਤੋਂ ਚੋਣ ਲੜ ਸਕਦੇ ਨੇ, ਪਰ ਹੁਣ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਲੰਬੀ ਹਲਕਾ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਹੋਵੇਗਾ, ਜਿਸ ਨਾਲ ਵਿਰੋਧੀਆਂ ਨੂੰ ਵੀ ਕਰੜੀ ਟੱਕਰ ਮਿਲਣਾ ਪੱਕਾ ਹੋ ਗਿਆ ਹੈ। ਲੰਬੀ ਤੋਂ ਜਗਪਾਲ ਸਿੰਘ ਅਤੇ ਮਲੋਟ ਤੋਂ ਚੇਤਨ ਭੂਰਾ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਤਾਂ ਪ੍ਰਕਾਸ਼ ਸਿੰਘ ਬਾਦਲ 5 ਵਾਰ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਇੱਕ ਵਾਰ ਫਿਰ ਤੋਂ ਚੋਣ ਪਿੜ ਦੇ ਵਿੱਚ ਉਤਰਨਗੇ। ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।